ਸਤਿ ਸ੍ਰੀ ਅਕਾਲ। ਪਰਮ ਸ਼ਾਂਤੀ ਦਾ ਅਨੁਭਵ ਕਰਨ ਲਈ ਹਰ ਵੇਲੇ ਖੁਸ਼ ਰਹਿਣਾ ਸਿੱਖਣਾ ਪਵੇਗਾ। ਮੈਡੀਟੇਸ਼ਨ ਜਾਦੂ ਦੀ ਤਰ੍ਹਾਂ ਤਾਂ ਕੰਮ ਕਰਦੀ ਹੈ, ਪਰ ਇਸ ਲਈ ਸਾਡੇ ਵਿਚਾਰਾਂ ਦਾ ਪਰਿਵਰਤਨ ਹੋਣਾ ਜ਼ਰੂਰੀ ਹੈ। ਅੱਜ ਤਾਂ ਲੋਕ ਹੱਸਣਾ ਵੀ ਭੁੱਲ ਗਏ ਹਨ। ਇੱਕ ਬੱਚੇ ਵਰਗੀ ਮੁਸਕਰਾਹਟ ਸਾਡੇ ਜੀਵਨ ਵਿੱਚੋਂ ਗਾਇਬ ਹੋ ਗਈ ਹੈ। ਅਸੀਂ ਕਹਿੰਦੇ ਤਾਂ ਹਾਂ ਕਿ ਅਸੀਂ ਬਹੁਤ ਪੜ੍ਹੇ ਲਿਖੇ ਹਾਂ, ਬਹੁਤ ਕਿਤਾਬਾਂ ਪੜ੍ਹੀਆਂ ਹਨ, ਬਹੁਤ ਕੁਝ ਜਾਣ ਗਏ ਹਾਂ, ਪਰ ਫਿਰ ਵੀ ਸਾਡੇ ਜੀਵਨ ਵਿੱਚ ਪਰਿਵਰਤਨ ਨਹੀਂ ਆਉਂਦਾ ਹੈ। ਪਰਿਵਰਤਨ ਨਾ ਹੋਣ ਦਾ ਕਾਰਨ ਹੈ ਅਸੀਂ ਚੀਜ਼ ਨੂੰ ਫੀਲ ਨਹੀਂ ਕਰਦੇ। ਅਸੀਂ ਰੀਅਲਾਈਜ਼ ਕਰਨਾ ਹੈ, ਸਵੀਕਾਰ, ਟੋਟਲ ਅਸੈਪਟੈਂਸ ਕਰਨਾ ਹੈ। ਜੋ ਆਤਮਾ ਦੀ ਸ਼ਕਤੀ ਹੈ ਉਸ ਨੂੰ ਮਹਿਸੂਸ ਕਰਨਾ ਹੈ। ਅੱਜ ਕੱਲ੍ਹ ਮੈਡੀਟੇਸ਼ਨ ਇੱਕ ਟਰੈਂਡ ਜਿਹਾ ਬਣ ਗਿਆ ਹੈ, ਪਰ ਜੋ ਚੀਜ਼ ਮੈਡੀਟੇਸ਼ਨ ਦੇ ਨਾਂ 'ਤੇ ਅੱਜ ਫੇਮਸ ਹੋਈ ਹੈ ਉਹ ਮੈਡੀਟੇਸ਼ਨ ਨਹੀਂ ਹੈ, ਉਹ ਪ੍ਰਣਾਮ ਹਠ ਯੋਗ ਹੈ। ਇਹ ਤਾਂ ਇੱਕ ਹੋਰ ਰੁਜ਼ਗਾਰ ਦਾ ਧੰਦਾ ਹੈ। ਚੁੱਭੀਆਂ ਵੀ ਲਾਈਆਂ ਨੇ, ਮਨ ਫੇਰ ਵੀ ਗੰਦਾ ਹੈ, ਤੇਰੇ ਨਾਮ ਦੀ ਮਹਿਮਾ ਤਾਂ ਰੁਜ਼ਗਾਰ ਦਾ ਧੰਦਾ ਹੈ। ਮੈਡੀਟੇਸ਼ਨ ਮੈਜਿਕ ਤਾਂ ਹੈ ਜਦੋਂ ਅਸੀਂ ਆਪਣੇ ਸਵੈਮਾਨ ਵਿੱਚ ਰਹਿੰਦੇ ਹਾਂ, ਜਦੋਂ ਤੁਹਾਨੂੰ ਕੌਨਫੀਡੈਂਸ ਹੋਵੇ ਤੁਸੀਂ ਹੋ ਕੌਣ। ਅਸੀਂ ਸਭ ਸ਼ਕਤੀਆਂ ਦੇ ਮਾਲਕ ਪਰਮ ਪਿਤਾ ਦੀ ਸੰਤਾਨ ਹਾਂ, ਤਾਂ ਅਸੀਂ ਕਿਸ ਤਰ੍ਹਾਂ ਕਮਜ਼ੋਰ ਹੋ ਸਕਦੇ ਹਾਂ। ਅੱਜ ਅਸੀਂ ਆਪਣਾ ਸਵੈਮਾਨ ਬਾਹਰਲੀਆਂ ਚੀਜ਼ਾਂ ਨੂੰ ਬਣਾਇਆ ਹੋਇਆ ਹੈ, ਜੋ ਕਿ ਸਭ ਬਦਲਣੇ ਵਾਲਾ ਹੈ। ਮੈਡੀਟੇਸ਼ਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਵੈਮਾਨ ਸਾਡੇ ਅੰਦਰ ਦੀ ਚੀਜ਼ ਹੈ, ਇਹ ਕੋਈ ਡਿਗਰੀ ਜਾਂ ਪੋਜੀਸ਼ਨ ਨਹੀਂ ਹੈ। ਅਸੀਂ ਸੱਚਮੁੱਚ ਇੱਕ ਆਤਮਾ ਹਾਂ ਜੋ ਕਦੀ ਵੀ ਮਰਦੀ ਨਹੀਂ ਹੈ। ਆਤਮਾ ਨੂੰ ਨਾ ਕੋਈ ਕੱਟ ਸਕਦਾ ਹੈ, ਨਾ ਇਹ ਜਲ ਸਕਦੀ ਹੈ, ਨਾ ਇਹ ਡੁੱਬ ਸਕਦੀ ਹੈ। ਆਤਮਾ ਅਜਰ ਅਵਰ ਅਵਿਨਾਸ਼ੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ, ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਅਸੀਂ ਕਦੇ ਸ਼ਾਂਤ ਮਨ ਨਾਲ ਬੈਠ ਕੇ ਸੋਚਿਆ ਨਹੀਂ ਹੈ ਕਿ ਇੱਕ ਦਿਨ ਦੁਨੀਆ ਛੱਡਣੀ ਪੈਣੀ, ਕਾਹਨੂੰ ਤਾਂ ਪ੍ਰੀਤਾਂ ਪਾ ਲਈਆਂ। ਮਨ ਦਾ ਮੁੱਢਲਾ ਗੁਣ ਹੈ ਸ਼ਾਂਤੀ ਹੈ। ਉਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਰੀਅਲਾਈਜ਼ ਕਰਨਾ ਹੈ, ਮੈਂ ਸਰੀਰ ਨਹੀਂ ਹਾਂ, ਸਰੀਰ ਤਾਂ ਇੱਕ ਦਿਨ ਵਿਨਾਸ਼ ਹੋ ਜਾਣਾ ਹੈ। ਆਤਮਾ ਮਰਦੀ ਨਹੀਂ, ਸਿਰਫ ਡਰੈਸ ਅਤੇ ਐਡਰੈਸ ਹੀ ਬਦਲਦੀ ਹੈ। ਪਰਮ ਸ਼ਾਂਤੀ ਦਾ ਅਨੁਭਵ ਕਰਨ ਲਈ ਪਰਮਾਤਮਾ ਦਾ ਪਿਆਰਾ ਬਣਨਾ ਹੋਵੇਗਾ। ਅੱਜ ਸਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਪਰਿਵਰਤਨ ਕਰਨ ਦੀ ਜ਼ਰੂਰਤ ਹੈ। 21ਵੀਂ ਸਦੀ ਵਿੱਚ ਸਾਡੇ ਵੱਸ ਵਿੱਚ ਕੁਝ ਨਹੀਂ ਹੈ, ਸਿਰਫ ਆਪਣੀ ਸੋਚ ਨੂੰ ਸਹੀ ਬਣਾਉਣਾ ਹੀ ਸਾਡੇ ਹੱਥ ਵਿੱਚ ਹੈ। ਦ੍ਰਿਸ਼ਟੀਕੋਣ ਮਤਲਬ ਅਸੀਂ ਚੀਜ਼ਾਂ ਨੂੰ ਕਿਸ ਐਂਗਲ ਤੋਂ ਦੇਖਦੇ ਹਾਂ। ਦ੍ਰਿਸ਼ਟੀਕੋਣ ਬਹੁਤ ਪਾਵਰਫੁੱਲ ਹੈ। ਅਸੀਂ ਵਿਚਾਰ ਬਹੁਤ ਕਰਦੇ ਹਾਂ। ਇੱਕ ਦਿਨ ਵਿੱਚ ਵਿਅਕਤੀ ਲਗਭਗ 30,000 ਤੋਂ 60,000 ਵਿਚਾਰ ਕਰਦਾ ਹੈ। ਉਹਨਾਂ ਵਿੱਚੋਂ ਬਹੁਤ ਘੱਟ ਵਿਚਾਰਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ, ਬਾਕੀ ਸਭ ਵਿਅਰਥ ਹੀ ਹੁੰਦੇ ਹਨ। ਇਹ ਵਿਚਾਰ ਇਸ ਲਈ ਆਉਂਦੇ ਹਨ ਕਿ ਮਨ ਦਾ ਕੰਮ ਹੀ ਹੈ ਵਿਚਾਰ ਕਰਨਾ, ਪਰ ਅਸੀਂ ਕਿਸ ਪ੍ਰਕਾਰ ਦੇ ਵਿਚਾਰ ਕਰਦੇ ਹਾਂ ਇਸ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜਿੰਨੇ ਜ਼ਿਆਦਾ ਵਿਚਾਰ ਸਾਡੇ ਮਨ ਵਿੱਚ ਆਉਂਦੇ ਹਨ ਉਨੇ ਉਹ ਘੱਟ ਕੁਆਲਿਟੀ ਦੇ ਹੁੰਦੇ ਹਨ। ਸਾਨੂੰ ਆਪਣੇ ਵਿਚਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਾਸਤੇ ਹਮੇਸ਼ਾ ਪੋਜ਼ੀਟਿਵ ਉੱਚੇ ਵਿਚਾਰ ਹੀ ਕਰਨੇ ਚਾਹੀਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੀਤੀ ਹੋਈ ਮੈਡੀਟੇਸ਼ਨ ਜਾਦੂ ਕਰ ਦੇਵੇ, ਤਾਂ ਵਿਚਾਰ ਸਿਰਫ ਆਤਮਾ ਨਾਲ ਸੰਬੰਧਿਤ ਅਤੇ ਸ਼ੁਕਰੀਆ ਧੰਨਵਾਦ ਦੇ ਹੀ ਹੋਣੇ ਚਾਹੀਦੇ ਹਨ। ਕਈ ਵਾਰ ਸਾਡੇ ਸਰੀਰ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੰਵੇਦਨਾएं ਹੋਣ ਲੱਗਦੀਆਂ ਹਨ ਜਿਨ੍ਹਾਂ ਦੇ ਬਾਰੇ ਵਿੱਚ ਸਾਨੂੰ ਕੁਝ ਪਤਾ ਵੀ ਨਹੀਂ ਹੁੰਦਾ, ਪਰ ਕਿਤੇ ਨਾ ਕਿਤੇ ਉਹ ਆਤਮਾ ਦੇ ਅੰਦਰ ਪਿਛਲੇ ਜਨਮਾਂ ਦੀਆਂ ਹੋਈਆਂ ਘਟਨਾਵਾਂ ਦੇ ਪ੍ਰਭਾਵ ਹਨ ਜੋ ਹਜੇ ਵੀ ਸੂਖਸ਼ਮ ਵਿੱਚ ਸਮਾਏ ਹਨ। ਸਾਡੇ ਮਨ ਦੇ 4 ਭਾਗ ਹਨ। ਇੱਕ ਹੈ ਚੇਤਨ ਭਾਗ ਜੋ ਕਿ ਸਾਨੂੰ ਹੁਣ ਮਹਿਸੂਸ ਹੋ ਰਿਹਾ ਹੈ। ਦੂਸਰਾ ਹੈ ਅੰਤਰ ਚੇਤਨ ਭਾਗ ਜੋ ਸਾਡੇ ਅੰਦਰ ਪਿਛਲੇ ਜਨਮਾਂ ਦੀਆਂ ਘਟਨਾਵਾਂ ਦਾ ਪ੍ਰਭਾਵ ਹੈ, ਜੋ ਕਿ ਸਾਨੂੰ ਨੀਂਦ ਵਿੱਚ ਸੁਪਨਿਆਂ ਦੇ ਰੂਪ ਵਿੱਚ ਅਨੁਭਵ ਹੁੰਦਾ ਹੈ। ਗੁਪਤ ਭਾਗ ਜਿਸ ਦਾ ਸਾਨੂੰ ਪਤਾ ਨਹੀਂ ਚੱਲਦਾ, ਪਰ ਉਹ ਸਾਡੇ ਸੰਸਕਾਰਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਚੌਥਾ ਹੈ ਸੁਪਰਾ ਕੌਨਸ਼ੀਅਸ ਭਾਗ ਜੋ ਕਿ ਬਹੁਤ ਸ਼ਕਤੀਸ਼ਾਲੀ ਹਿੱਸਾ ਹੈ। ਮੈਡੀਟੇਸ਼ਨ ਦੀ ਗਹਿਰਾਈ ਨਾਲ ਜਦੋਂ ਸਾਡਾ ਇਹ ਹਿੱਸਾ ਜਾਗਰਤ ਹੁੰਦਾ ਹੈ ਤਾਂ ਸਾਡਾ ਹਰ ਸੰਕਲਪ ਸਿੱਧ ਹੋਣ ਲੱਗ ਜਾਂਦਾ ਹੈ। ਸਵੇਰੇ ਸਵੇਰੇ ਉੱਠ ਕੇ ਯੋਗ ਮੈਡੀਟੇਸ਼ਨ ਕਰਨ ਨਾਲ, ਪਰਮਾਤਮਾ ਦੀ ਯਾਦ ਵਿੱਚ ਬੈਠਣ ਨਾਲ
ਜੋ ਸਾਡੇ ਸਰੀਰ ਵਿੱਚ ਮਾੜੇ ਰਸਾਇਣ ਪੈਦਾ ਹੁੰਦੇ ਹਨ ਉਹਨਾਂ ਦਾ ਪ੍ਰਭਾਵ ਸਮਾਪਤ ਹੋ ਜਾਂਦਾ ਹੈ। ਯੋਗ ਦਾ ਯਾਦ ਦਾ ਪਰਮਾਤਮਾ ਦੀ ਯਾਦ ਦਾ ਸਿੱਧਾ ਸੰਬੰਧ ਸਾਡੀ ਸੁਰਤ ਨਾਲ ਹੈ। ਜੇਕਰ ਆਪਣੀ ਸਥਿਤੀ ਸੁੰਦਰ ਬਣਾਉਣੀ ਚਾਹੁੰਦੇ ਹੋ ਤਾਂ ਸੁਰਤੀ ਨੂੰ ਸੁੰਦਰ ਬਣਾਉਣਾ ਬਹੁਤ ਜ਼ਰੂਰੀ ਹੈ। ਅਸੀਂ ਇਸ ਦੁਨੀਆ 'ਤੇ ਸਾਰੇ ਐਕਟਰ ਹਾਂ। ਜੇ ਅਸੀਂ ਆਪਣੇ ਆਪ ਨੂੰ ਇਸ ਦੁਨੀਆ 'ਤੇ ਪ੍ਰਾਹੁਣੇ ਸਮਝਾਂਗੇ ਤਾਂ ਉਨਾ ਹੀ ਅਸੀਂ ਆਪਣੀ ਐਕਟਿੰਗ ਨੂੰ ਬਹੁਤ ਚੰਗੇ ਤੋਂ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਮਨ ਰੂਪੀ ਖੇਤਰ ਵਿੱਚ 5 ਵਿਕਾਰਾਂ ਦੇ ਵਿਰੁੱਧ ਲੜਨਾ ਸਿੱਖਣਾ ਹੈ, ਕਿਉਂਕਿ 5 ਵਿਕਾਰ ਹੈ ਮਨੁੱਖ ਆਤਮਾ ਦੇ ਦੁਸ਼ਮਣ। ਇਹ ਸਹਿਜ ਗਿਆਨ ਅਤੇ ਸਹਿਜ ਰਾਜਯੋਗ ਨਾਲ ਹੀ ਖਤਮ ਹੋ ਸਕਦੇ ਹਨ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੀ ਨਾ ਛੋੜੇ ਖੇਤ। ਸੂਰਾ ਬਹਾਦਰ ਉਹ ਹੈ ਜੋ ਵਿਕਾਰਾਂ ਨਾਲ ਦੀਨ ਈਮਾਨ ਨਾਲ ਲੜਦਾ ਹੈ। ਉਨਾ ਚਿਰ ਸਰੀਰ ਰੂਪੀ ਖੇਤ ਨਹੀਂ ਛੱਡਦਾ ਜਿੰਨਾ ਚਿਰ ਵਿਕਾਰਾਂ ਨੂੰ ਗਿਆਨ ਦੀ ਪੜ੍ਹਾਈ ਨਾਲ ਰੋਜ਼ ਪ੍ਰੈਕਟਿਸ ਕਰਕੇ ਪੁਰਜਾ ਪੁਰਜਾ ਕੱਟ ਨਹੀਂ ਦਿੰਦਾ। ਇਸ ਵੇਲੇ ਮਨੁੱਖ ਆਤਮਾਵਾਂ ਆਪਣੇ ਕੰਮ, ਜਾਤ ਅਤੇ ਧਰਮਾਂ ਦੇ ਕਾਰਨ ਵੰਡ ਹੋ ਗਈਆਂ ਹਨ। ਇਸ ਕਰਕੇ ਸਾਰੀ ਦੁਨੀਆ ਵਿੱਚ ਨਫ਼ਰਤ ਅਤੇ ਲੜਾਈ ਝਗੜੇ ਫੈਲ ਗਏ ਹਨ। ਹੁਣ ਚੰਗੇ ਅਤੇ ਸੱਚੇ ਵਿਚਾਰ ਆਪਣੇ ਮਨ ਨੂੰ ਦੇ ਕੇ ਤਨ ਅਤੇ ਮਨ ਨੂੰ ਤੰਦਰੁਸਤ ਬਣਾਉਣਾ ਹੈ। ਉਹ ਚੰਗੇ ਵਿਚਾਰ ਹਨ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ, ਏਕ ਪਿਤਾ ਏਕ ਸਕੇ ਹਮ ਬਾਰਕ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਹੀ ਹਨ ਭਾਈ ਭਾਈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਅਲਪ ਆਹਾਰ ਸਲਾਪ ਸੀ ਨਿੰਦਰਾ, ਦਇਆ ਖਿਮਾ ਤਨ ਪ੍ਰੀਤ। ਥੋੜਾ ਖਾਣਾ ਖਾ, ਥੋੜਾ ਸੌਂ, ਆਪਣੇ ਮਨੋਂ ਸਭ ਨੂੰ ਮਾਫ਼ ਕਰ ਦੇ ਅਤੇ ਸਾਰਿਆਂ ਨਾਲ ਪ੍ਰੇਮ ਪ੍ਰੀਤ ਰੱਖ। ਅੱਜ ਦੀ ਕਹਾਣੀ ਹੈ, ਇੱਕ ਰਾਜੇ ਨੇ ਆਪਣੇ ਰਾਜ ਨੂੰ ਬਹੁਤ ਮਿਹਨਤ ਨਾਲ ਬਹੁਤ ਵਧੀਆ ਬਣਾ ਲਿਆ ਸੀ। ਉਸ ਦੇ ਰਾਜ ਵਿੱਚ ਪ੍ਰਜਾ ਬਹੁਤ ਸੁਖੀ ਸੀ, ਕਿਉਂਕਿ ਉਹ ਹਰ ਇੱਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਹਰ ਕੰਮ ਕਰਦਾ ਸੀ। ਜਦੋਂ ਰਾਜਾ ਬਿਰਧ ਹੋ ਗਿਆ ਤਾਂ ਉਸ ਨੂੰ ਨਵੇਂ ਉੱਤਰਾਧਿਕਾਰੀ ਦੀ ਚਿੰਤਾ ਸਤਾਉਣ ਲੱਗ ਪਈ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਯੋਗ ਉੱਤਰਾਧਿਕਾਰੀ ਦੇ ਬਗੈਰ ਸਿਸਟਮ ਵਿੱਚ ਖਲਨ ਪੈ ਜਾਵੇਗੀ ਅਤੇ ਪ੍ਰਜਾ ਦੁਖੀ ਹੋ ਜਾਵੇਗੀ ਅਤੇ ਪ੍ਰਜਾ ਦੀ ਪਰੇਸ਼ਾਨੀ ਵੱਧ ਜਾਵੇਗੀ। ਉੱਦਾਂ ਤਾਂ ਰਾਜੇ ਦਾ ਇੱਕ ਬੇਟਾ ਵੀ ਸੀ, ਪਰ ਉਹ ਆਲਸੀ ਬਹੁਤ ਸੀ ਅਤੇ ਨਿਕੰਮਾ ਸੀ। ਉਹ ਆਪਣੇ ਆਪ ਨੂੰ ਮਾਲਕ ਸਮਝਦਾ ਸੀ ਅਤੇ ਸਾਰਿਆਂ ਨੂੰ ਆਪਣਾ ਗੁਲਾਮ। ਇਹ ਹੰਕਾਰ ਉਸਦੇ ਆਚਰਣ ਵਿੱਚ ਝਲਕਦਾ ਦਿਸਦਾ ਸੀ। ਰਾਜਾ ਉਸ ਨੂੰ ਸੁਧਾਰਨੇ ਦੇ ਉਦੇਸ਼ ਨਾਲ ਇੱਕ ਸਾਧੂ ਦੇ ਆਸ਼ਰਮ ਵਿੱਚ ਛੱਡ ਆਇਆ। ਸਾਧੂ ਨੇ ਅਗਲੇ ਹੀ ਦਿਨ ਰਾਜਕੁਮਾਰ ਨੂੰ ਕਿਹਾ, ਰਾਜਕੁਮਾਰ, ਇੱਥੋਂ 5 ਕੋਹ ਦੂਰ ਇੱਕ ਜੰਗਲ ਹੈ, ਤੁਸੀਂ ਉੱਥੇ ਜਾ ਕੇ ਫੁੱਲਾਂ ਦੇ ਕੁਝ ਬੂਟੇ ਲੈ ਆਓ ਅਤੇ ਉਹਨਾਂ ਨੂੰ ਆਸ਼ਰਮ ਦੇ ਵਿਹੜੇ ਵਿੱਚ ਲਗਾ ਦਿਓ। ਇਹ ਸੁਣਦੇ ਹੀ ਰਾਜਕੁਮਾਰ ਨੂੰ ਬਹੁਤ ਗੁੱਸਾ ਆਇਆ, ਕਿਉਂਕਿ ਉਸਨੇ ਤਾਂ ਸਿਰਫ ਹੁਕਮ ਦੇਣਾ ਹੀ ਸਿੱਖਿਆ ਸੀ। ਕਿਉਂਕਿ ਉਸਦੇ ਪਿਤਾ ਨੇ ਸਾਧੂ ਦੀ ਹਰ ਗੱਲ ਮੰਨਣ ਵਾਸਤੇ ਕਿਹਾ ਸੀ। ਇਸ ਲਈ ਮਨ ਮਾਰ ਕੇ ਜੰਗਲ ਗਿਆ ਅਤੇ ਫੁੱਲਾਂ ਦੇ ਕੁਝ ਬੂਟੇ ਲਿਆ ਕੇ ਆਸ਼ਰਮ ਦੇ ਵਿਹੜੇ ਵਿੱਚ ਲਗਾ ਦਿੱਤੇ। ਰਾਜਕੁਮਾਰ ਨੇ ਉਹਨਾਂ ਬੂਟਿਆਂ ਨੂੰ ਪਾਣੀ ਵੀ ਲਾਇਆ ਅਤੇ ਜਾਨਵਰਾਂ ਤੋਂ ਬਚਾਉਣ ਲਈ ਰਾਤ ਦਿਨ ਬੂਟਿਆਂ ਦੀ ਰਾਖੀ ਕੀਤੀ। ਕੁਝ ਮਹੀਨਿਆਂ ਵਿੱਚ ਸਾਰਾ ਆਸ਼ਰਮ ਤਰ੍ਹਾਂ ਤਰ੍ਹਾਂ ਦੇ ਸੁੰਦਰ ਫੁੱਲਾਂ ਨਾਲ ਖਿੜ ਗਿਆ। ਰਾਜਕੁਮਾਰ ਆਪਣੀ ਮਿਹਨਤ ਦਾ ਫਲ ਦੇਖ ਕੇ ਬਹੁਤ ਪ੍ਰਸੰਨ ਹੋਇਆ। ਸਾਧੂ ਨੇ ਉਸ ਨੂੰ ਸ਼ਾਬਾਸ਼ੀ ਦਿੰਦੇ ਹੋਏ ਸਮਝਾਇਆ, ਰਾਜਕੁਮਾਰ, ਯਾਦ ਰੱਖੋ, ਜੋ ਸੌਂ ਜਾਂਦਾ ਹੈ ਉਸ ਦਾ ਭਾਗ ਵੀ ਸੌਂ ਜਾਂਦਾ ਹੈ ਅਤੇ ਜੋ ਚੱਲਦਾ ਹੈ ਉਸ ਦਾ ਭਾਗ ਵੀ ਉਸ ਦੇ ਨਾਲ ਚੱਲਦਾ ਹੈ। ਹੁਣ ਰਾਜਕੁਮਾਰ ਮਿਹਨਤੀ ਬਣ ਗਿਆ ਸੀ। ਰਾਜੇ ਨੂੰ ਆਪਣਾ ਉੱਤਰਾਧਿਕਾਰੀ ਮਿਲ ਗਿਆ। ਕੰਮ ਸਫਲਤਾ ਦੀ ਕੁੰਜੀ ਹੈ। ਜੀਵਨ ਚਲਨੇ ਕਾ ਨਾਮ, ਚਲਤੇ ਰਹੋ ਸੁਬਹ ਔਰ ਸ਼ਾਮ, ਕਿ ਰਸਤਾ ਕੱਟ ਜਾਏਗਾ ਮਿੱਤਰਾ, ਤੂੰ ਇੱਕ ਪਲ ਰੁਕਣਾ ਨਾ ਮਿੱਤਰਾ। ਇਹ ਸਾਨੂੰ ਵਹਿਮ ਹੈ ਕਿ ਜਦੋਂ ਕੰਮ ਨਹੀਂ ਹੋਵੇਗਾ ਤਾਂ ਜ਼ਿੰਦਗੀ ਬਹੁਤ ਸੌਖੀ ਹੋ ਜਾਵੇਗੀ। ਜਿਹੜੇ ਕੰਮ ਨਹੀਂ ਕਰਦੇ, ਰਿਟਾਇਰ ਹੋ ਚੁੱਕੇ ਹਨ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜ਼ਿੰਦਗੀ ਕਿੰਨੀ ਦੁਖੀ ਹੈ। ਜੇਕਰ ਤੁਹਾਡੀ ਹੌਬੀ ਨਹੀਂ ਹੈ ਤਾਂ ਆਲਸ ਘੇਰਾ ਪਾ ਲੈਂਦੀ ਹੈ। ਸੇਵਾ ਨੂੰ ਆਪਣੀ ਹੌਬੀ ਬਣਾ ਲਵੋ ਤਾਂ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋ ਜਾਣਗੇ। ਸਤਿ ਸ੍ਰੀ ਅਕਾਲ।